ਓਮ ਸ਼ਾਂਤੀ। ਅੱਜ ਸੁਣਦੇ ਹਾਂ 3 ਜੁਲਾਈ 2022 ਦੇ ਬਾਬਾ ਦੇ ਅਵਿਅਕਤ ਮਹਾਵਾਕ। ਰਿਵਾਈਜ਼ ਕੋਰਸ ਦੀ ਮੁਰਲੀ ਹੈ 10 ਜਨਵਰੀ 1991 ਦੀ। ਮੁਰਲੀ ਦਾ ਸਾਰ ਹੈ 4 ਸੱਤਾਵਾਂ ਦੇ ਬੈਲੈਂਸ ਦੁਆਰਾ ਬਾਪ ਸਮਾਨ ਸੰਪੰਨ ਸੰਪੂਰਨ ਬਣੋ। 4 ਸੱਤਾਵਾਂ ਦੇ ਬੈਲੈਂਸ ਨਾਲ ਬਾਪ ਸਮਾਨ ਸੰਪੰਨ ਸੰਪੂਰਨ ਬਣੋ। ਅੱਜ ਸਰਵ ਸ਼ਕਤੀਵਾਨ ਬਾਪ ਦਾਦਾ ਆਪਣੇ ਸਰਵ ਬੱਚਿਆਂ ਦੀਆਂ ਵਿਸ਼ੇਸ਼ ਸ਼ਕਤੀਆਂ ਨੂੰ ਵੇਖ ਰਹੇ ਨੇ। ਅੱਜ ਦੇ ਵਿਸ਼ਵ ਵਿੱਚ ਵਿਸ਼ੇਸ਼ 3 ਸ਼ਕਤੀਆਂ ਨੇ। ਇੱਕ ਧਰਮ ਸੱਤਾ, ਦੂਜੀ ਰਾਜ ਸੱਤਾ, ਤੀਜੀ ਵਿਗਿਆਨ ਦੀ ਸੱਤਾ। ਪਰ ਤੁਸੀਂ ਬ੍ਰਾਹਮਣ ਆਤਮਾਵਾਂ ਵਿੱਚ 4 ਸੱਤਾਵਾਂ ਨੇ। ਪਹਿਲੀ 3 ਸੱਤਾਵਾਂ ਤਾਂ ਨਹੀਂ, ਨਾਲ ਨਾਲ ਚੌਥੀ ਸੱਤਾ ਹੈ ਸ੍ਰੇਸ਼ਟ ਕਰਮਾਂ ਦੀ ਸੱਤਾ। ਅੱਜ ਦੇ ਵਿਸ਼ਵ ਵਿੱਚ ਚੌਥੀ ਸੱਤਾ ਦੀ ਕਮੀ ਹੈ। ਇਸ ਨੂੰ ਕਿਹਾ ਜਾਂਦਾ ਹੈ ਸ੍ਰੇਸ਼ਟ ਚਰਿੱਤਰ ਦੀ ਸੱਤਾ। ਇਹਨਾਂ 4 ਸੱਤਾਵਾਂ ਦੁਆਰਾ ਤੁਸੀਂ ਬ੍ਰਾਹਮਣ ਆਤਮਾ ਆਪਣਾ ਵਿਸ਼ਵ ਦਾ ਕਲਿਆਣ ਕਰ ਰਹੇ ਹੋ। ਚੰਗੀ ਤਰ੍ਹਾਂ ਨਾਲ ਜਾਣਦੇ ਹੋ ਚਾਰੋਂ ਹੀ ਸੱਤਾਵਾਂ ਸਾਡੇ ਵਿੱਚ ਨੇ। ਚਾਰੋਂ ਹੀ ਨੇ ਜਾਂ ਸਿਰਫ ਇੱਕ ਧਰਮ ਦੀ ਸੱਤਾ ਹੈ। ਧਰਮ ਸੱਤਾ ਮਤਲਬ ਸਦਾ ਸ੍ਰੇਸ਼ਟ ਸੁਖੀ ਖੁਸ਼ਨੁਮਾ ਜੀਵਨ ਜਿਉਣ ਦੀ ਕਲਾ। ਇਸ ਨੂੰ ਧਰਮ ਮਤਲਬ ਧਾਰਨਾ ਕਿਹਾ ਜਾਂਦਾ ਹੈ। ਰਾਜ ਸੱਤਾ ਮਤਲਬ ਆਪਣੇ ਆਪ ਨੂੰ, ਤੇ ਰਾਜ ਨੂੰ ਮਤਲਬ ਆਪਣੇ ਕਰਮ ਸਾਥੀਆਂ ਨੂੰ ਆਪਣੀ ਸਨੇਹ ਤੇ ਸ਼ਕਤੀ ਦੇ ਬੈਲੈਂਸ ਦੁਆਰਾ ਸਰਵ ਪ੍ਰਾਪਤੀ ਸੰਤੁਸ਼ਟਤਾ ਦਾ ਅਧਿਕਾਰ ਦਾਤਾ ਬਣ ਅਨੁਭਵ ਕਰਾਣਾ। ਰਾਜਾ ਮਤਲਬ ਦਾਤਾ। ਹਰ ਇੱਕ ਦੁਆਰਾ ਸੰਤੁਸ਼ਟਤਾ ਦੀ ਵਾਹ ਹੋਵੇ, ਇਹ ਹੈ ਅਸਲ ਰਾਜ ਸੱਤਾ। ਤਾਂ ਰਾਜ ਸੱਤਾ ਮਤਲਬ ਖੁਦ ਚੱਲਣ ਦੀ, ਹੋਰਾਂ ਨੂੰ ਚਲਾਉਣ ਦੀ ਕਲਾ। ਵਿਗਿਆਨ ਦੀ ਸੱਤਾ ਮਤਲਬ ਵਿਗਿਆਨ ਦੁਆਰਾ ਸਾਧਨਾ ਦੁਆਰਾ ਪ੍ਰਤੱਖ ਫਲ ਦੀ ਅਨੁਭੂਤੀ ਕਰਾਉਣ ਦੀ ਕਲਾ। ਸ੍ਰੇਸ਼ਟ ਕਰਮ ਦੀ ਸੱਤਾ ਮਤਲਬ ਕਰਮ ਦਾ ਵਰਤਮਾਨ ਫਲ ਖੁਸ਼ੀ ਤੇ ਸ਼ਕਤੀ ਅਨੁਭਵ ਕਰਨਾ, ਨਾਲ ਨਾਲ ਭਵਿੱਖ ਫਲ ਜਮਾ ਹੋਣ ਦੀ ਅਨੁਭੂਤੀ ਹੋਣਾ। ਇਸ ਨੂੰ ਕਹਿੰਦੇ ਨੇ ਕਰਮ ਦੇ ਖਜ਼ਾਨਿਆਂ ਦੀ ਸੰਪੰਨਤਾ ਦੇ ਨਸ਼ਾ ਦੀ ਕਲਾ। ਹੁਣ ਸੋਚੋ, ਇਹ ਚਾਰੋਂ ਕਲਾਵਾਂ ਤੁਹਾਡੇ ਜੀਵਨ ਵਿੱਚ ਨੇ। ਸਭ ਤੋਂ ਵੱਡਾ ਖਜ਼ਾਨਾ ਸ੍ਰੇਸ਼ਟ ਕਰਮਾਂ ਦਾ ਖਜ਼ਾਨਾ ਹੈ। ਜੇਕਰ ਸ੍ਰੇਸ਼ਟ ਕਰਮਾਂ ਦਾ ਖਜ਼ਾਨਾ ਜੀਵਨ ਵਿੱਚ ਨਹੀਂ ਤਾਂ ਮਾਨਵ ਜੀਵਨ ਅਮੂਲ ਜੀਵਨ ਨਹੀਂ, ਪਸ਼ੂ ਸਮਾਨ ਜੀਵਨ ਹੈ। ਤੁਸੀਂ ਸਭ ਕਿਸੇ ਅਥਾਰਟੀ ਨਾਲ ਵਿਸ਼ਵ ਦੇ ਅੱਗੇ ਚੈਲੰਜ ਕਰਦੇ ਹੋ। ਜੀਵਨ ਜੀਣਾ ਸਿੱਖਣਾ ਹੋਵੇ ਤਾਂ ਇੱਥੇ ਆ ਕੇ ਸਿੱਖੋ। ਇਹ ਚੈਲੰਜ ਕਰਦੇ ਹੋ ਨਾ। ਭਾਵੇਂ ਰਾਜਨੇਤਾ ਹੋਵੇ, ਭਾਵੇਂ ਵਿਗਿਆਨਿਕ ਨੇਤਾ ਹੋਣ, ਭਾਵੇਂ ਧਰਮ ਨੇਤਾ ਹੋਣ, ਸਭ ਦੇ ਅੱਗੇ ਰੂਹਾਨੀ ਫਕਰ ਨਾਲ ਕਹਿੰਦੇ ਹੋ ਬੇਫਿਕਰ ਬਾਦਸ਼ਾਹ ਬਣ ਕੇ ਦੇਖੋ। ਬਾਦਸ਼ਾਹ ਹੋ ਨਾ। ਜੀਵਨ ਦਾ ਅਸਲ ਆਨੰਦ ਅਨੁਭਵ ਕਰ ਰਹੇ ਹੋ ਨਾ। ਸਭ ਤੋਂ ਵੱਡਾ ਖਜ਼ਾਨਾ ਕਿਸ ਦੇ ਕੋਲ ਹੈ? ਬੱਚਿਆਂ ਨੇ ਕਿਹਾ ਸਾਡੇ ਕੋਲ ਹੈ। ਅਥਾਰਟੀ ਨਾਲ ਕਹਿੰਦੇ ਹੋ ਨਾ, ਕਿਉਂਕਿ ਦੁਨੀਆ ਵਿੱਚ 3 ਸੱਤਾਵਾਂ ਨੇ। ਤੁਹਾਡੇ ਕੋਲ 4 ਸੱਤਾਵਾਂ ਨੇ। ਚਾਰੋਂ ਹੀ ਸੱਤਾਵਾਂ ਦਾ ਬੈਲੈਂਸ ਇਹੀ ਬਾਪ ਸਮਾਨ ਸੰਪੰਨ ਤੇ ਸੰਪੂਰਨ ਸਥਿਤੀ ਹੈ। ਤਪੱਸਿਆ ਵਰੇ ਵਿੱਚ ਕੀ ਕਰੋਗੇ? ਇਹਨਾਂ ਚਾਰੋਂ ਸੱਤਾਵਾਂ ਨੂੰ ਚੈੱਕ ਕਰਨਾ। ਚਾਰੋਂ ਹੀ ਸੱਤਾਵਾਂ ਦੇ ਆਧਾਰ ਨਾਲ ਇਕਰਸ ਸਥਿਤੀ ਦਾ ਆਸਨ ਸਦਾ ਅਚਲ ਅਡੋਲ ਰਹੇਗਾ। ਤਪੱਸਿਆ ਸदैव ਆਸਨ ਤੇ ਬੈਠ ਕੇ ਕਰਦੇ ਨੇ ਨਾ। ਇਹ 4 ਸੱਤਾਵਾਂ ਰੂਪੀ 4 ਪੈਰ ਇਕਰਸ ਸਥਿਤੀ ਦੇ ਆਸਨ ਨੂੰ ਮਜ਼ਬੂਤ ਕਰਨਗੇ। ਹਰ ਸਮੇਂ ਬੇਫਿਕਰ ਬਾਦਸ਼ਾਹ ਦਾ ਅਨੁਭਵ ਕਰਾਉਣਗੇ। ਬਾਦਸ਼ਾਹ ਮਤਲਬ ਅਧਿਕਾਰੀ, ਪਰਜਾ ਮਤਲਬ ਅਧੀਨ ਰਹਿਣਾ ਪੈਂਦਾ ਹੈ। ਤੁਸੀਂ ਬੇਫਿਕਰ ਬਾਦਸ਼ਾਹ ਹੋ, ਬੇਫਿਕਰ ਪਰਜਾ ਨਹੀਂ ਹੋ। ਰਾਜ ਯੋਗੀ ਹੋ, ਪਰਜਾ ਯੋਗੀ ਨਹੀਂ ਹੋ। ਇਸ ਬੇਫਿਕਰ ਬਾਦਸ਼ਾਹ ਦੀ ਨਿਸ਼ਾਨੀ ਕੀ ਦਿਖਾਈ ਦਿੰਦੀ? ਜਿੰਨਾ ਅਧਿਕਾਰੀ
ਉਹਨਾਂ ਹੀ ਸਰਵ ਦੇ ਸਤਿਕਾਰੀ, ਸਿਰਫ ਅਧਿਕਾਰੀ ਨਹੀਂ। ਅਧਿਕਾਰ ਦੀ ਪਰਖ ਹੀ ਸਤਿਕਾਰੀ ਨਾਲ ਹੁੰਦੀ ਹੈ। ਸੁਣਾਇਆ ਨਾ, ਯੋਗ ਰਾਜਾ ਦੀ ਨਿਸ਼ਾਨੀ ਹੈ। ਸਰਵ ਦੁਆਰਾ ਸੰਤੁਸ਼ਟਤਾ ਦੇ ਪੁਸ਼ਪਾਂ ਦੀ ਵਰਖਾ ਹੋਵੇ, ਵਾਹਵਾ ਦੇ ਗੀਤ ਹੋਣ। ਅਜਿਹੀ ਰਾਜ ਸੱਤਾ ਪ੍ਰਾਪਤ ਕੀਤੀ ਹੈ। ਪਹਿਲੇ ਆਪਣੇ ਸਮੀਪ ਦੇ ਕਰਮ ਸਾਥੀ ਕਰਮਚਾਰੀਆਂ ਨੂੰ ਚੈੱਕ ਕਰੋ, ਕਰਮਿੰਦਰੀਆਂ ਨੂੰ ਚੈੱਕ ਕਰੋ। ਮੈਂ ਆਤਮਾ ਰਾਜਾ ਦੇ ਸਨੇਹ ਤੇ ਸ਼ਕਤੀ, ਮਤਲਬ ਲਵ ਤੇ ਲਾ ਦੋਨੋਂ ਹੀ ਸਦਾ ਆਰਡਰ ਵਿੱਚ ਚੱਲਦੇ ਨੇ, ਜਾਂ ਕਦੇ ਕਦੇ ਮਜਬੂਰੀ ਨਾਲ ਚੱਲ ਰਹੇ ਹੋ ਜਾਂ ਮੁਹੱਬਤ ਨਾਲ ਚੱਲ ਰਹੇ ਹੋ, ਗੁਜ਼ਾਰੇ ਮਾਤਰ ਚੱਲ ਰਹੇ ਹੋ ਜਾਂ ਦਿਲ ਨਾਲ ਚੱਲ ਰਹੇ ਹੋ। ਐਵੇਂ ਸਾਰੇ ਦਿਨ ਦੀ ਦਿਨਚਰਿਆ ਵਿੱਚ ਆਪਣੇ ਕਰਮ ਸੰਬੰਧ ਜਾਂ ਕਰਮ ਦੇ ਸਾਥੀਆਂ ਨੂੰ ਵੇਖੋ, ਉਹਨਾਂ ਦੇ ਨਾਲ ਸੰਬੰਧ ਸੰਪਰਕ ਵਿੱਚ ਆਉਣ ਵਾਲੀ ਆਤਮਾਵਾਂ ਨੂੰ ਵੇਖੋ। ਮੈਂ ਰਾਜ ਅਧਿਕਾਰੀ ਆਤਮਾ ਦੁਆਰਾ ਕਿੰਨੇ % ਵਿੱਚ ਕਿੰਨੇ ਸੰਤੁਸ਼ਟ ਹਰਸ਼ਿਤ ਰਹੇ। ਇਹ ਹੈ ਰਾਜ ਸੱਤਾ ਦੀ ਅਸਲ ਅਨੁਭੂਤੀ। ਵਿਗਿਆਨ ਦੀ ਸੱਤਾ ਦੀ ਚੈਕਿੰਗ ਕਿਵੇਂ ਕਰੋਗੇ? ਹੱਦ ਦਾ ਵਿਗਿਆਨ, ਹੱਦ ਦੇ ਸਥੂਲ ਸਾਧਨਾ ਦੁਆਰਾ ਸੁੱਖ ਆਰਾਮ ਦੀ ਅਨੁਭੂਤੀ ਕਰਾਉਂਦੇ ਨੇ। ਤੁਹਾਡਾ ਵਿਗਿਆਨ ਹੈ ਯੋਗ ਸ਼ਕਤੀ। ਯੋਗ ਵੱਡੇ ਤੇ ਵੱਡਾ ਵਿਗਿਆਨ ਹੈ। ਉੱਥੇ ਨੇ ਸਾਧਨ, ਇੱਥੇ ਨੇ ਸਾਧਨਾ। ਆਤਮਾ ਨੂੰ ਮਨ ਬੁੱਧੀ ਦੀ ਸਾਧਨਾ ਦੁਆਰਾ ਕਿੰਨਾ ਦੂਰ ਲੈ ਜਾਂਦੇ ਹੋ। ਹੱਦ ਦੇ ਵਿਗਿਆਨੀ ਸੂਰਜ ਤੱਕ ਨਹੀਂ ਪਹੁੰਚ ਸਕੇ, ਔਰ ਬੇਹੱਦ ਦੇ ਵਿਗਿਆਨੀ ਚੰਦਰਮਾ ਸੂਰਜ ਤੋਂ ਪਾਰ ਮਨ ਬੁੱਧੀ ਦੀ ਸਾਧਨਾ ਦੁਆਰਾ ਕਿੰਨੇ ਸਮੇਂ ਵਿੱਚ ਪਹੁੰਚਦੇ ਹੋ। ਕਿੰਨਾ ਖਰਚਾ ਲੱਗਦਾ ਹੈ? ਸਮੇਂ ਨੂੰ ਕਹਿੰਦੇ ਨੇ ਟਾਈਮ ਇਜ਼ ਮਨੀ। ਸਥੂਲ ਮਨੀ ਤਾਂ ਨਹੀਂ ਲੱਗਦੀ, ਪਰ ਟਾਈਮ ਦੀ ਮਨੀ ਵੀ ਨਹੀਂ ਲੱਗਦੀ। ਤਾਂ ਕਿੰਨਾ ਵੱਡਾ ਵਿਗਿਆਨ ਹੈ। ਉਹ ਏਅਰ ਕੰਡੀਸ਼ਨਰ ਦੁਆਰਾ ਸੁੱਖ ਦਿੰਦੇ, ਆਰਾਮ ਦਿੰਦੇ। ਤੁਸੀਂ ਸਾਧਨਾ ਦੁਆਰਾ ਜਦੋਂ ਚਾਹੋ ਉਦੋਂ ਸ਼ੀਤਲ ਸਥਿਤੀ ਦਾ ਅਨੁਭਵ ਕਰੋ, ਜਦੋਂ ਚਾਹੋ ਉਦੋਂ ਜਵਾਲਾ ਰੂਪ ਦੀ ਸ਼ਕਤੀ ਰੂਪ ਦਾ ਅਨੁਭਵ ਕਰ ਸਕਦੇ ਹੋ। ਹੱਦ ਦਾ ਵਿਗਿਆਨ ਥੋੜੇ ਸਮੇਂ ਦੇ ਲਈ ਆਰਾਮ ਦੇਣ ਦੇ ਨਿਮਿਤ ਬਣਦਾ ਹੈ, ਪਰ ਤੁਸੀਂ ਸਦਾ ਆਰਾਮ ਵਿੱਚ ਰਹਿੰਦੇ ਹੋ ਨਾ, ਚੈਨ ਦੀ ਨੀਂਦ ਵਿੱਚ ਸੌਂਦੇ ਹੋ ਨਾ, ਚੈਨ ਨਾਲ ਉੱਠਦੇ ਹੋ, ਚੈਨ ਨਾਲ ਸਾਰਾ ਕੰਮ ਕਰਦੇ ਹੋ, ਬੇਚੈਨ ਹੁੰਦੇ ਹੋ ਕਿ ਜਦੋਂ ਆਸਨ ਤੋਂ ਉਤਰ ਆਉਂਦੇ ਹੋ ਉਦੋਂ ਬੇਚੈਨ ਹੁੰਦੇ ਹੋ। ਨਹੀਂ ਤਾਂ ਬੇਚੈਨ ਦਾ ਨਾਮ ਨਿਸ਼ਾਨ ਨਹੀਂ। ਵਿਗਿਆਨ ਹੋਰ ਕੀ ਕਰਦਾ ਹੈ? ਮਨੋਰੰਜਨ ਦਾ ਸਾਧਨ ਦਿੰਦਾ। ਤੁਹਾਡਾ ਮਨ ਉਦਾਸ ਤਾਂ ਨਹੀਂ ਹੁੰਦਾ ਜੋ ਹੱਦ ਦੇ ਮਨੋਰੰਜਨ ਦੀ ਜ਼ਰੂਰਤ ਹੋਵੇ, ਕਿਉਂਕਿ ਉਦਾਸ ਉਦੋਂ ਹੁੰਦੇ ਜਦੋਂ ਮਨ ਦੇ ਦਾਸ ਬੰਦੇ ਹੋ ਕੇ, ਜਾਂ ਕਦੇ ਕਦੇ 63 ਜਨਮਾਂ ਦੇ ਸੰਸਕਾਰ ਆ ਜਾਂਦੇ ਨੇ। ਹੁਣ ਤਾਂ ਬਾਦਸ਼ਾਹ ਬਣ ਗਏ ਹੋ ਨਾ ਦਾਸ ਬੰਦੇ ਨਾ ਉਦਾਸ ਹੁੰਦੇ। ਇਸ ਲਈ ਮਨ ਸਦਾ ਮੌਜ ਵਿੱਚ ਰਹਿੰਦਾ ਹੈ। ਏਕਾਂਤ ਵਿੱਚ ਹੋਵੇ ਤਾਂ ਵੀ ਮੌਜ ਵਿੱਚ ਹੋ, ਸੰਗਠਨ ਵਿੱਚ ਹੋ ਤਾਂ ਵੀ ਮੌਜ ਵਿੱਚ ਹੋ। ਸਦਾ ਮੌਜਾਂ ਦੇ ਦਾਤਾ ਮਾਲਿਕ ਬਾਪ ਦੇ ਨਾਲ ਰਹਿੰਦੇ ਹੋ ਨਾ, ਜਾਂ ਕਦੇ ਕਦੇ ਰੁੱਸ ਜਾਂਦੇ ਹੋ। ਮਨ ਮਤਲਬ ਮੁੱਖ ਨੂੰ ਫੇਰ ਨਹੀਂ ਦੇਣਾ। ਐਵੇਂ ਚੈੱਕ ਕਰੋ ਇਹ ਸੱਤਾ ਕਿੱਥੋਂ ਤੱਕ ਅਵਿਨਾਸ਼ੀ ਰਹਿੰਦੀ ਹੈ। ਐਵੇਂ ਹੈ ਧਰਮ ਸੱਤਾ। ਧਰਮ ਮਤਲਬ ਸ੍ਰੇਸ਼ਟ ਜੀਵਨ ਜਿਉਣ ਦੀ ਕਲਾ। ਇਹ ਧਾਰਨਾ ਹੀ ਧਰਮ ਹੈ। ਤੁਸੀਂ ਸਭ ਤਾਂ ਧਰਮ ਆਤਮਾਵਾਂ ਵੀ ਹੋ, ਸ੍ਰੇਸ਼ਟ ਕਰਮ ਆਤਮਾਵਾਂ ਵੀ ਹੋ। ਤਾਂ ਚੈੱਕ ਕਰੋ ਬ੍ਰਾਹਮਣ ਜੀਵਨ ਵਿੱਚ ਜੀ ਰਹੇ ਹੋ। ਬ੍ਰਾਹਮਣ ਜੀਵਨ ਮਤਲਬ ਸਦਾ ਨਿਰਵਿਕਲਪ, ਨਿਰਵਿਘਨ, ਨਿਰਵਿਕਰਮੀ, ਸਦਾ ਨਿਰਾਕਾਰੀ, ਸੋਸਾਕਾਰੀ। ਇਸ ਨੂੰ ਕਿਹਾ ਜਾਂਦਾ ਹੈ ਜਿਉਣ ਦੀ ਕਲਾ, ਜਿੱਥੇ ਕੋਈ ਹੱਦ ਦੀ ਇੱਛਾ ਨਹੀਂ, ਕੋਈ ਅਪ੍ਰਾਪਤੀ ਨਹੀਂ। ਸਦਾ ਗੀਤ ਗਾਉਂਦੇ ਰਹਿਣ, ਪਾਣਾ ਸੀਸੋ ਪਾ ਲਿਆ। ਇਸ ਨੂੰ ਕਿਹਾ ਜਾਂਦਾ ਹੈ ਧਰਮ ਸੱਤਾ। ਹੁਣ ਸੋਚੋ, ਚਾਰੋਂ ਹੀ ਸੱਤਾਵਾਂ ਨੇ, ਚਾਰੋਂ ਹੀ ਪੈਰ ਇੱਕ ਰਸ ਨੇ, ਜਾਂ ਇੱਕ ਛੋਟਾ ਇੱਕ ਵੱਡਾ ਹੈ। ਚਾਰੋਂ ਪੈਰ ਇੱਕ ਰਸ ਹੋਣਗੇ ਤਾਂ ਹੀ ਤਾਂ ਅਚਲ ਹੋਵੇਗਾ, ਨਹੀਂ ਤਾਂ ਹਲਚਲ ਹੋਵੇਗੀ। ਸੁਣਿਆ ਕੀ ਦੇਖ ਰਹੇ ਨੇ? ਹਰ ਇੱਕ ਬੱਚੇ ਵਿੱਚ ਚਾਰੋਂ ਸੱਤਾਵਾਂ ਕਿੱਥੋਂ ਤੱਕ ਜਮਾ ਨੇ। ਖੁਸ਼ੀ ਵਿੱਚ ਜਿਉਣ ਵਾਲੇ ਹੋ ਨਾ, ਮਜਬੂਰੀ ਨਾਲ ਜੀ ਰਹੇ ਹੋ, ਚੱਲ ਰਹੇ ਹੋ। ਚੱਲਣਾ ਹੀ ਹੈ, ਇਸ ਨੂੰ ਜਿਉਣਾ ਨਹੀਂ ਕਹਿੰਦੇ। ਕਦੇ ਮਰਦਾ ਹੈ, ਕਦੇ ਜਿਉਂਦਾ ਹੈ,
ਕਦੇ ਸਾਹ ਰੁਕ ਜਾਂਦਾ ਹੈ, ਕਦੇ ਢਿੱਲਾ ਹੋ ਜਾਂਦਾ ਹੈ, ਕਦੇ ਤੇਜ਼ ਹੋਵੇ। ਇਹ ਜੀਣਾ ਕੋਈ ਜੀਣਾ ਨਹੀਂ ਹੈ। ਅੱਛਾ, ਕਿਸੇ ਭੈਣ ਨੂੰ ਕੋਈ ਤਕਲੀਫ ਹੋਈ। ਬਾਬਾ ਬੋਲੇ, ਸੈਕਿੰਡ ਵਿੱਚ ਫੁੱਲ ਸਟਾਪ ਲਗਾਣਾ ਆਂਦਾ ਹੈ ਨਾ ਕਿ ਟਾਈਮ ਲੱਗਦਾ ਹੈ। ਬੀਤੀ ਸੋ ਬੀਤੀ, ਫੁੱਲ ਸਟਾਪ। ਇਹੀ ਵਿਗਿਆਨ ਹੈ। ਵਿਗਿਆਨ ਵੀ ਚੀਜ਼ ਨੂੰ ਮਿਟਾ ਦਿੰਦਾ ਹੈ ਨਾ। ਬੇਹੱਦ ਦੇ ਵਿਗਿਆਨ ਦੀ ਸੱਤਾ ਨਾਲ ਸੈਕਿੰਡ ਵਿੱਚ ਬਿੰਦੀ ਲਗਾਣਾ ਮਤਲਬ ਫੁੱਲ ਸਟਾਪ ਲਗਾਣਾ। ਇਸ ਦੇ ਲਈ ਤਪੱਸਿਆ ਦਾ ਗੋਲਡਨ ਚਾਂਸ ਮਿਲਿਆ, ਕਿਉਂਕਿ ਫਾਈਨਲ ਪੇਪਰ ਵਿੱਚੋਂ ਚਾਰੋਂ ਪਾਸੇ 5 ਤੱਤਵ, ਪ੍ਰਕਿਰਤੀ ਦੇ 5 ਵਿਕਾਰ ਸਭ ਮਿਲ ਕੇ ਹਲਚਲ ਵਿੱਚ ਲਿਆਉਣ ਦੀ ਕੋਸ਼ਿਸ਼ ਕਰਨਗੇ। ਅਤੀ ਹਲਚਲ ਵਿੱਚ ਸੈਕਿੰਡ ਵਿੱਚ ਅਚਲ ਰਹਿਣ ਵਾਲੇ ਹੀ ਪਾਸਵਿਦ ਓਨਰ ਬਣਨਗੇ। ਐਵੇਂ ਨਹੀਂ ਸਮਝਣਾ ਕਿ ਲਾਸਟ ਵਿੱਚ ਏਕਾਂਤ ਵਿੱਚ ਬੈਠ ਪੇਪਰ ਦੇਣਾ ਹੈ। ਅਤੀ ਹਲਚਲ ਵਿੱਚ ਅਤੀ ਅਚਲ, ਇਹ ਹੈ ਪੇਪਰ। ਇਹੀ ਕੁਐਸਚਨ ਆਏਗਾ। ਇਸ ਲਈ ਹੁਣ ਤੋਂ ਅਭਿਆਸ ਕਰੋ। ਬਾਹਰ ਦੀ ਹਲਚਲ ਮਨ ਨੂੰ ਹਲਚਲ ਵਿੱਚ ਨਾ ਲਿਆਵੇ। ਇਸ ਨੂੰ ਕਿਹਾ ਜਾਂਦਾ ਹੈ ਵਿਜਈ ਰਤਨ। ਅੱਛਾ, ਚਾਰੋਂ ਪਾਸੋਂ ਦੇ ਸ੍ਰੇਸ਼ਟ ਧਰਮ ਸੱਤਾ ਵਾਲੀ ਧਰਮ ਆਤਮਾਵਾਂ ਨੂੰ ਬੇਹੱਦ ਦੇ ਵਿਗਿਆਨ ਸੱਤਾ ਵਾਲੀ ਸਾਧਨਾ ਸਵਰੂਪ ਆਤਮਾਵਾਂ ਨੂੰ, ਰਾਜ ਸੱਤਾ ਵਾਲੀ ਸਵਰਾਜਯ ਅਧਿਕਾਰੀ ਆਤਮਾਵਾਂ ਨੂੰ, ਸ੍ਰੇਸ਼ਟ ਕਰਮ ਸੱਤਾ ਵਾਲੀ ਕਰਮ ਯੋਗੀ ਆਤਮਾਵਾਂ ਨੂੰ ਬਾਪ ਦਾਦਾ ਦਾ ਬੇਫਿਕਰ ਬਾਦਸ਼ਾਹ ਬਣਾਉਣ ਵਾਲੇ ਬਾਪ ਦਾ ਯਾਦ ਪਿਆਰ ਤੇ ਨਮਸਤੇ। ਰੂਹਾਨੀ ਬੱਚਿਆਂ ਦੀ ਰੂਹਾਨੀ ਬਾਪ ਦਾਦਾ ਨੂੰ ਨਮਸਤੇ, ਨਮਸਤੇ, ਨਮਸਤੇ ਜੀ। ਅੱਛਾ, ਅੱਜ ਟੀਚਰ ਨੇ ਤਿਆਗ ਕੀਤਾ ਹੈ। ਸਾਰੇ ਟੀਚਰ ਪਿੱਛੇ ਬੈਠੀਆਂ ਹੋਈਆਂ ਸੀ ਤਾਂ ਬਾਬਾ ਨੇ ਕਿਹਾ, ਤਿਆਗ ਦਾ ਭਾਗਯ ਸਰੂਪ ਯਾਦ ਪਿਆਰ ਵਿਸ਼ੇਸ਼ ਸਵੀਕਾਰ ਹੋਵੇ। ਟੀਚਰ ਦਾ ਕੰਮ ਹੀ ਹੈ ਹੋਰਾਂ ਨੂੰ ਅੱਗੇ ਵਧਾਣਾ। ਚੰਗਾ ਕੀਤਾ, ਪ੍ਰੈਕਟੀਕਲ ਕਰਮ ਕਰਕੇ ਵਿਖਾਇਆ। ਇਸ ਦੀ ਮੁਬਾਰਕ ਹੋਵੇ। ਅੱਛਾ, ਡਬਲ ਵਿਦੇਸ਼ੀਆਂ ਦੇ ਪੱਤਰ ਕਾਰਡ ਬਹੁਤ ਆਏ, ਦੇਸ਼ ਵਾਲਿਆਂ ਦੇ ਵੀ ਕਾਰਡ ਪੱਤਰ ਬਹੁਤ ਆਏ। ਕਾਰਡ ਕਿੱਥੇ ਰੱਖੇ ਨੇ? ਦਿਲ ਦੀ ਡਿੱਬੀ ਵਿੱਚ ਸੰਭਾਲ ਕੇ ਰੱਖੇ ਹੋਏ ਨੇ। ਜਿਨ੍ਹਾਂ ਨੇ ਵੀ ਨਵੇਂ ਵਰ੍ਹੇ ਦੀ ਵਿਸ਼ੇਸ਼ ਯਾਦ ਪਿਆਰ ਭੇਜੀ ਹੈ, ਉਹਨਾਂ ਸਹਿਤ ਸਭ ਬੱਚਿਆਂ ਨੂੰ ਨਵੇਂ ਵਰ੍ਹੇ ਦੇ ਹਰ ਸਮੇਂ ਵਿੱਚ ਨਵੀਨਤਾ ਦੀ ਮੁਬਾਰਕ ਹੋਵੇ। ਹੁਣ ਵਿਸ਼ਵ ਦੇ ਅੱਗੇ ਐਗਜ਼ਾਮਪਲ ਬਣ ਕੇ ਦਿਖਾਓ। ਕਰਮ ਯੋਗੀ ਸਥਿਤੀ ਦੀ ਕੀ ਕਮਾਲ ਹੁੰਦੀ ਹੈ। ਜੋ ਐਗਜ਼ਾਮਪਲ ਬਣਦਾ ਹੈ ਡਰਾਮਾ ਵਿੱਚ, ਐਗਜ਼ਾਮ ਦੇ ਟਾਈਮ ਉਸ ਨੂੰ ਐਕਸਟਰਾ ਮਾਰਕਸ ਮਿਲਦੀ ਹੈ। ਅੱਛਾ, ਪਾਰਟੀਆਂ ਨਾਲ ਅਵਿਅਕਤ ਬਾਪ ਦਾਦਾ ਦੀ ਮੁਲਾਕਾਤ, ਬਾਪ ਦੇ ਨਾਲ ਰਹਿਣ ਨਾਲ ਸ੍ਰੇਸ਼ਟ ਸਥਿਤੀ ਦਾ ਸਹਿਜ ਅਨੁਭਵ ਕਰ ਰਹੇ ਹੋਣਾ। ਦਿਨ ਰਾਤ ਬਾਪ ਦੇ ਸਾਥ ਦੀ ਅਨੁਭੂਤੀ ਕਰਨ ਨਾਲ ਸਹਿਜ ਹੀ ਸ੍ਰੇਸ਼ਟ ਅਨੁਭਵ ਕਰਦੇ ਰਹੋਗੇ, ਕਿਉਂਕਿ ਸਮੀਪ ਨਾਲ ਸ਼ਕਤੀ ਮਿਲਦੀ ਹੈ। ਜਿਵੇਂ ਸਾਕਾਰ ਵਿੱਚ ਸਮੀਪ ਰਹਿਣਾ ਸਹਿਜ ਲੱਗਦਾ ਹੈ, ਐਵੇਂ ਅਵਿਅਕਤ ਵਿੱਚ ਜਿੰਨਾ ਅਟੈਂਸ਼ਨ ਦਿੰਦੇ ਰਹੋਗੇ ਓਨਾ ਸਹਿਜ ਅਨੁਭਵ ਕਰਦੇ ਜਾਓਗੇ। ਸਭ ਨਿਰੰਤਰ ਯੋਗੀ ਹੋਣਾ, ਯੋਗੀ ਜੀਵਨ ਵਾਲੇ ਹੋਣਾ। ਜੀਵਨ ਨਿਰੰਤਰ ਹੁੰਦੀ ਹੈ, 2-4 ਘੰਟੇ ਦੀ ਨਹੀਂ ਹੁੰਦੀ। ਜਦੋਂ ਇੱਕ ਵਾਰ ਅਨੁਭਵ ਕਰ ਲਿਆ ਬਾਪ ਮੇਰਾ, ਮੈਂ ਬਾਪ ਦਾ, ਤਾਂ ਵੱਖਰੇ ਕਿਵੇਂ ਹੋ ਸਕਦੇ ਹੋ। ਨਿਰੰਤਰ ਯੋਗੀ ਜੀਵਨ ਵਿੱਚ ਅਤੀ ਇੰਦਰੀਏ ਸੁਖ ਆਨੰਦ ਦੀ ਅਨੁਭੂਤੀ ਹੁੰਦੀ ਹੈ। ਮਿਹਨਤ ਨਹੀਂ ਲੱਗਦੀ। ਮਿਹਨਤ ਵਾਲਾ ਕੰਮ ਕਦੇ ਕਦੇ ਕੀਤਾ ਜਾਂਦਾ ਹੈ। ਜੋ ਸਹਿਜ ਹੁੰਦਾ ਹੈ ਉਹ ਸਦਾ ਕਰ ਸਕਦੇ ਹਾਂ। ਤਾਂ ਸਹਿਜ ਹੈ ਜਾਂ ਮੁਸ਼ਕਿਲ ਲੱਗਦਾ ਹੈ। ਮਾਇਆ ਤਾਂ ਨਹੀਂ ਆਉਂਦੀ। ਇਸ ਸਮੇਂ ਨਸ਼ਾ ਚੜਿਆ ਹੋਇਆ ਹੈ ਤਾਂ ਮਾਇਆ ਵਿਖਾਈ ਨਹੀਂ ਦਿੰਦੀ। ਫਿਰ ਉੱਥੇ ਜਾਓਗੇ, ਕਹੋਗੇ ਕੀ ਕਰੀਏ, ਹੋ ਗਿਆ ਨਾ। ਨਿਰੰਤਰ ਦੀ ਸਥਿਤੀ ਚੰਗੀ ਹੈ। ਇੱਕ ਬਾਪ ਦੇ ਸਿਵਾਏ ਹੋਰ ਉੱਚਾ ਹੈ ਹੀ ਕੀ। ਉੱਚੀ ਚੀਜ਼ ਪ੍ਰਿਯ ਲੱਗਦੀ ਹੈ ਨਾ। ਦੂਜਾ ਜੋ ਪਿਆਰਾ ਹੁੰਦਾ ਹੈ ਉਹ ਪ੍ਰਿਯ ਲੱਗਦਾ ਹੈ। ਤਾਂ ਸਭ ਤੋਂ ਪਿਆਰਾ, ਸਭ ਤੋਂ ਉੱਚਾ ਬਾਪ ਹੀ ਹੈ ਨਾ। ਹੋਰ ਕੀ ਯਾਦ ਆਏਗਾ। ਸਿਰਫ ਵਿੱਚ ਦੀ ਆਪਣੇ ਆਪ ਨੂੰ ਚੈੱਕ ਕਰਦੇ ਰਹੋ। ਥੋੜੀ ਵੀ ਪਰਸੈਂਟੇਜ ਘੱਟ ਹੋਵੇ ਉਸ ਨੂੰ ਵਧਾ ਦੇਣਾ ਚਾਹੀਦਾ ਹੈ। ਫਿਰ ਮਾਇਆ ਨੂੰ ਆਉਣ ਦੀ ਮਾਰਜਨ ਨਹੀਂ ਰਹੇਗੀ। ਪਰ ਹੁੰਦਾ ਕੀ ਹੈ,
ਚੱਲਦੇ ਚਲਦੇ ਸਾਧਾਰਨ ਸਥਿਤੀ ਹੁੰਦੀ ਜਾਂਦੀ ਹੈ। ਸਮਝਦੇ ਨੇ ਯਾਦ ਤੇ ਹੀ ਹਾਂ, ਭੁੱਲੇ ਤਾਂ ਨਹੀਂ ਹਨ, ਪਰ ਸਾਧਾਰਨ ਹੁੰਦੇ ਹੁੰਦੇ ਵੀ ਸਮ੍ਰਿਤੀ ਦੇ ਵੱਲ ਚਲੇ ਜਾਂਦੇ ਨੇ। ਇਸ ਲਈ ਸਾਧਾਰਨ ਵੀ ਹੋਣ ਨਹੀਂ ਦਿਓ। ਥੋੜਾ ਵੀ ਪਰਸੈਂਟੇਜ ਘੱਟ ਹੋਵੇ ਐਡ ਕਰ ਦਿਓ। ਸਦਾ ਹੀ ਸ਼ਕਤੀਸ਼ਾਲੀ ਰਹੋਗੇ। ਸ਼ਕਤੀਸ਼ਾਲੀ ਆਤਮਾ ਦੇ ਵਿੱਚ ਮਾਇਆ ਦੇ ਆਉਣ ਦੀ ਹਿੰਮਤ ਨਹੀਂ ਹੁੰਦੀ। ਮਾਇਆ ਆਏ ਫਿਰ ਯੁੱਧ ਕਰੇ। ਇਸ ਵਿੱਚ ਸਮੇਂ ਚਲਾ ਜਾਂਦਾ ਹੈ, ਲਿੰਕ ਟੁੱਟ ਜਾਂਦਾ ਹੈ। ਟੁੱਟੇ ਹੋਏ ਲਿੰਕ ਨੂੰ ਜੋੜਨਾ, ਉਸ ਵਿੱਚ ਨਿਰੰਤਰ ਵਿੱਚ ਅੰਤਰ ਪੈ ਜਾਂਦਾ ਹੈ। ਇਸ ਲਈ ਸਾਧਾਰਨ ਸਥਿਤੀ ਵੀ ਹੋਣ ਨਾ ਦਿਓ। ਇਸ ਗਲਤੀ ਵਿੱਚ ਨਾ ਰਹੋ ਕਿ ਬਾਪ ਦੀ ਯਾਦ ਤਾਂ ਹੈ ਹੀ ਨਹੀਂ, ਪਰ ਸਦਾ ਯਾਦ ਸਰੂਪ ਹਾਂ। ਯਾਦ ਸਰੂਪ ਮਤਲਬ ਸ਼ਕਤੀਸ਼ਾਲੀ। ਕਦੇ ਕਦੇ ਕਾਮ ਕ੍ਰੋਧ ਲੋਭ ਮੋਹ ਵੱਡੇ ਵਿਕਾਰ ਨਹੀਂ ਆਉਂਦੇ, ਪਰ ਆਪਣਾ ਹੀ ਸੁਭਾਵ ਆਪਣਾ ਹੀ ਸੰਸਕਾਰ ਸਾਧਾਰਨ ਸਥਿਤੀ ਬਣਾ ਦਿੰਦਾ ਹੈ। ਇਹ ਅਲਬੇਲੇਪਨ ਦੇ ਰੂਪ ਵਿੱਚ ਮਾਇਆ ਆਉਂਦੀ ਹੈ। ਸਟੱਡੀ ਰੋਜ਼ ਕਰਦੇ ਨੇ, ਮੁਰਲੀ ਵੀ ਸੁਣਦੇ ਨੇ, ਸੇਵਾ ਵੀ ਕਰਦੇ ਨੇ, ਪਰ ਜਿਵੇਂ ਹੋਣਾ ਚਾਹੀਦਾ ਹੈ ਉਵੇਂ ਨਹੀਂ ਚੱਲ ਰਹੇ ਨੇ। ਪਰ ਸਪੀਡ ਕੀ ਹੈ? ਚੱਲਣ ਦੇ ਨਾਲ ਸਪੀਡ ਵੀ ਚੰਗੀ ਹੋਵੇ। ਬਾਪ ਸਭ ਬੱਚਿਆਂ ਨੂੰ ਸਦਾ ਉੱਚ ਦੇਖਦਾ ਹੈ, ਸਦਾ ਹੀ ਉੱਚ ਦੇਖਣ ਦੀਆਂ ਸ਼ੁਭ ਆਸ਼ਾਵਾਂ ਰੱਖਦਾ ਹੈ। ਅੱਛਾ, ਸਭ ਸ੍ਰੇਸ਼ਟ ਕਰਮ ਕਰਨ ਵਾਲੇ, ਕਰਮ ਦੀ ਸੱਤਾ ਵਾਲੇ ਹੋਣਾ। ਸ੍ਰੇਸ਼ਟ ਕਰਮ ਦੀ ਪੂੰਜੀ ਜਮਾ ਹੈ ਨਾ। ਕਿੰਨੇ ਜਨਮ ਚੱਲੇਗੀ? ਕਿੰਨਾ ਜਮਾ ਕੀਤਾ ਹੈ? ਪੂਰਾ ਕਲਪ ਚੱਲੇਗਾ ਨਾ, ਜਾਂ 21 ਜਨਮ ਚੱਲੇਗਾ? ਅੱਧਾ ਕਲਪ ਤੋਂ ਬਾਅਦ ਵੀ ਪੂਜੇ ਤਾਂ ਜਾਓਗੇ ਨਾ। ਪੂਜਨੀਏ ਉਹੀ ਬੰਦੇ ਨੇ ਜਦੋਂ ਸ੍ਰੇਸ਼ਟ ਕਰਮ ਦਾ ਖਜ਼ਾਨਾ ਜਮਾ ਕਰਦੇ ਹੋ। ਲਾਸਟ ਜਨਮ ਵੀ ਵੇਖੋ ਕਿੰਨਾ ਵਧੀਆ ਹੈ। ਭਿਖਾਰੀ ਤਾਂ ਨਹੀਂ ਬਣੇ ਹੋ ਨਾ, ਦਾਲ ਰੋਟੀ ਤਾਂ ਮਿਲ ਰਹੀ ਹੈ ਨਾ। ਜਦੋਂ ਲਾਸਟ ਜਨਮ ਚੰਗਾ ਹੈ ਤਾਂ ਹੋਰ ਜਨਮ ਵੀ ਅਤੀ ਦੁਖੀ ਨਹੀਂ ਹੋਣਗੇ। ਇਹ ਤਾਂ ਸੁੱਖ ਦੀ ਪੇਟ ਵਿੱਚ ਦੁੱਖ ਹੈ, ਬਾਕੀ ਦੁਖੀ ਨਹੀਂ ਹੁੰਦੇ। ਜੋ ਫਕੀਰ ਬਣ ਕੇ ਰੋਟੀ ਮੰਗਣੀ ਪਵੇ, ਦੁਨੀਆ ਦੇ ਹਿਸਾਬ ਨਾਲ ਅਤੀ ਦੁਖੀ ਨਹੀਂ ਹੁੰਦੇ, ਸਾਜੁਗ ਦੇ ਹਿਸਾਬ ਨਾਲ ਦੁਖੀ ਹੁੰਦੇ ਹੋ। ਅੱਛਾ, ਟੀਚਰ ਦਾ ਵੀ ਲੱਕ ਹੈ ਜੋ ਸੇਵਾ ਦੀ ਲਾਟਰੀ ਮਿਲ ਜਾਂਦੀ ਹੈ। ਲਾਟਰੀ ਤਾਂ ਸਭ ਨੂੰ ਮਿਲਦੀ ਹੈ, ਪਰ ਇਹਨਾਂ ਨੂੰ ਸੇਵਾ ਦੀ ਲਾਟਰੀ ਵਿਸ਼ੇਸ਼ ਮਿਲਦੀ ਹੈ। ਤੁਸੀਂ ਲੋਕ ਵੀ ਟੀਚਰ ਨੂੰ ਵੇਖ ਕੇ ਖੁਸ਼ ਹੁੰਦੇ ਹੋ ਜਾਂ ਸਮਝਦੇ ਹੋ ਟੀਚਰ ਅੱਗੇ ਕਿਵੇਂ? ਅੱਗੇ ਰੱਖਣ ਵਾਲੇ ਖੁਦ ਅੱਗੇ ਹੋ ਜਾਂਦੇ ਨੇ। ਰਿਗਾਰਡ ਦੇਣ ਵਾਲਿਆਂ ਨੂੰ ਰਿਗਾਰਡ ਜ਼ਰੂਰ ਮਿਲਦਾ ਹੈ। ਇਹ ਅਨਾਦਿ ਨਿਯਮ ਹੈ। ਦੇਣਾ ਮਤਲਬ ਲੈਣਾ, ਲੈਣਾ ਮਤਲਬ ਗਵਾਣਾ। ਕੋਈ ਲੈਣ ਦੀ ਕੋਸ਼ਿਸ਼ ਕਰਦੇ ਨੇ, ਮੈਨੂੰ ਰਿਗਾਰਡ ਮਿਲੇ। ਕਿਉਂ ਨਹੀਂ ਰਿਗਾਰਡ ਦਿੰਦੇ? ਤਾਂ ਲੈਣ ਦੇ ਪਿੱਛੇ ਜਾਣਾ ਮਾਨਾ ਗਵਾਣਾ। ਦੇਣਾ ਮਤਲਬ ਲੈਣਾ, ਤਾਂ ਦੇਣ ਵਾਲੇ ਦਾਤਾ ਦੇ ਬੱਚੇ ਹੋ ਜਾਂ ਲੇਵਤਾ ਹੋ। ਦੇਵਤਾ ਮਤਲਬ ਦੇਣ ਵਾਲੇ। ਅੱਛਾ ਹੈ, ਬਾਪ ਵੀ ਖੁਸ਼, ਬੱਚੇ ਵੀ ਖੁਸ਼। ਬਾਕੀ ਕੀ ਰਿਹਾ? ਟੀਚਰ ਸਭ ਤੋਂ ਜ਼ਿਆਦਾ ਖੁਸ਼ ਨੇ, ਕਿਉਂਕਿ ਸਟੂਡੈਂਟ ਨੂੰ ਦੇਖ ਕੇ ਖੁਸ਼ੀ ਹੁੰਦੀ ਹੈ ਨਾ। ਅੱਛਾ, ਵਰਦਾਨ ਹੈ ਆਤਮਿਕ ਵ੍ਰਿੱਤੀ ਦ੍ਰਿਸ਼ਟੀ ਨਾਲ ਦੁੱਖ ਦੇ ਨਾਮ ਨਿਸ਼ਾਨ ਨੂੰ ਸਮਾਪਤ ਕਰਨ ਵਾਲੇ ਸਦਾ ਸੁਖਦਾਈ ਭਵ। ਆਤਮਿਕ ਵ੍ਰਿੱਤੀ ਦ੍ਰਿਸ਼ਟੀ ਨਾਲ ਦੁੱਖ ਦੇ ਨਾਮ ਨਿਸ਼ਾਨ ਨੂੰ ਸਮਾਪਤ ਕਰਨ ਵਾਲੇ ਸਦਾ ਸੁਖਦਾਈ ਭਵ। ਬ੍ਰਾਹਮਣਾਂ ਦਾ ਸੰਸਾਰ ਹੀ ਨਿਆਰਾ ਹੈ, ਦ੍ਰਿਸ਼ਟੀ ਵ੍ਰਿੱਤੀ ਸਭ ਨਿਆਰੀ ਹੈ। ਜਦੋਂ ਚਲਦੇ ਫਿਰਦੇ ਆਤਮਿਕ ਦ੍ਰਿਸ਼ਟੀ ਆਤਮਿਕ ਵ੍ਰਿੱਤੀ ਵਿੱਚ ਰਹਿੰਦੇ ਨੇ, ਉਹਨਾਂ ਕੋਲ ਦੁੱਖ ਦਾ ਨਾਮ ਨਿਸ਼ਾਨ ਨਹੀਂ ਰਹਿ ਸਕਦਾ, ਕਿਉਂਕਿ ਦੁੱਖ ਹੁੰਦਾ ਹੈ ਸਰੀਰ ਭਾਨ ਨਾਲ। ਜੇਕਰ ਸਰੀਰ ਭਾਨ ਨੂੰ ਭੁੱਲ ਕੇ ਆਤਮਿਕ ਸਰੂਪ ਵਿੱਚ ਰਹਿੰਦੇ ਨੇ, ਸਦਾ ਸੁੱਖ ਹੀ ਸੁੱਖ ਹੈ। ਉਹਨਾਂ ਦਾ ਸੁਖਮय ਜੀਵਨ ਸੁਖਦਾਈ ਬਣ ਜਾਂਦਾ ਹੈ। ਉਹ ਸਦਾ ਸੁਖ ਦੀ ਛਾਇਆ ਤੇ ਸੌਂਦੇ ਨੇ, ਸੁਖ ਸਰੂਪ ਬਣ ਜਾਂਦੇ ਨੇ। ਸਲੋਗਨ ਹੈ, ਖੁਦ ਨੂੰ ਦੇਖ ਕੇ ਖੁਦ ਦੀਆਂ ਕਮੀਆਂ ਨੂੰ ਭਰੋ ਤਾਂ ਖੁਦਾ ਦਾ ਪਿਆਰ ਮਿਲੇਗਾ। ਖੁਦ ਨੂੰ ਵੇਖ ਕੇ ਖੁਦ ਦੀਆਂ ਕਮੀਆਂ ਨੂੰ ਭਰੋ ਤਾਂ ਖੁਦਾ ਦਾ, ਪਰਮਾਤਮਾ ਦਾ ਪਿਆਰ ਮਿਲੇਗਾ। ਅੱਛਾ, ਓਮ ਸ਼ਾਂਤੀ।